सतगुरां दी सादी निवाजी गुरु रूप प्यारी साध संगत जी, सतगुरां दे हुक्म नूं मनदे होए अकाल पुरख महाराजियां दे चरनां कमलां दी हाजरी, सतगुरां दी पावन पवित्र निगी गोद दा आनंद मन रहे हाँ। मनुखता दे उपर परमात्मा ने एक महान बख्शिश की है कि इसनों बड़े तरह की परमात्मा ने सोझी बख्शी है। पंछियां दे कोल, पशुआं दे कोल इन्ना ज्ञान, इन्नी सोझी नहीं है जिन्नी परमात्मा ने मनुखता नूं बख्शी है। क्योंकि पशुआं दी सांभ संभाल जिहड़ी है वो मनुख नूं करनी पैंदी है। शरीर उन्हां कोल भी है, शरीर मनुख दे कोल भी है, माँ बाप भैन भाई पशुआं दे भी हैं। ये सारी दियां सारियां माँ बाप भैन भाई ये सब मनुख दे भी ने। बस मनुख दे कोल सोझी है, पशु दे कोल एडी वड्डी सोझी परमात्मा ने उन्होंने नहीं बख्शी हुई। ते जे सारी सृष्टि दे विचों वध सोझी मनुख नूं बख्शी है ते मनुख दा ये फर्ज बनता है कि वह परमात्मा दे नाल जुड़ के परमात्मा जैसा ही हो जाए। बहुती दुनिया दुख करके परमात्मा दे नाल जुड़दी है, बहुती दुनिया आउण वाले समय दे विच बहुते दुख ना आवन, आउण वाले समय दी चिंता दे करके परमात्मा दे नाल जुड़दी है। तो कईयां नूं ते दुखां ने रोक लिया, परमात्मा दे चरनां दे विच हुण नहीं आ रहे। कईयां नूं सुखां ने आलसी बना दिता है, दलिदरी बना दिता है। हुण ये परमात्मा दे चरनां विच बहुते सुखां वाला भी नहीं पहुँचदा। दुख भी बहुते सुख परमात्मा दे कोलों मनुख नूं अक्सर रोक लैंदे ने। गुरु साहिब जी महाराज कहते हैं, जद तैनूं परमात्मा ने इन्ना कुछ बख्श दिता है ते हमेशा तो परमात्मा दे शुकराने दे विच रहा कर, हमेशा ही शुकराना कर। बहुते सुखां करके बड़े आलसी हो गए ने। सुख अते दुख करके ते कई जिंदगियां मानसिक रोगी होने कारण करके ये भी जिहड़ी है परमात्मा तो टुट बैठे ने। बाकी दे सुखां दा समाज दे विच, दुखां दा समाज विच इलाज है, पर जिहड़े मनुख मानसिक रोगी बन जाते ने,
ਸਿਵਾਏ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਉਹਦਾ ਇਲਾਜ ਨਹੀਂ ਹੈ। ਬੜੇ ਸੁੱਖਾਂ ਦੇ ਵਿੱਚ ਆਏ, ਕਿਉਂਕਿ ਬਹੁਤੇ ਸੁੱਖ ਜਿਹੜੇ ਨੇ ਬੰਦੇ ਨੂੰ ਉਚਾਈ 'ਤੇ ਲੈ ਜਾਂਦੇ ਨੇ। ਸੱਜਣ ਠੱਗ ਨੇ ਮੰਦਰ ਵੀ ਬਣਵਾਇਆ, ਸੱਜਣ ਠੱਗ ਨੇ ਮਸੀਤ ਵੀ ਬਣਵਾਈ ਹੈ। ਮੰਦਰ ਦੇ ਵਿੱਚ ਵੀ ਪੂਜਾ ਕਰਦਾ ਹੈ, ਮਸੀਤ ਦੇ ਵਿੱਚ ਵੀ ਕਰਦਾ, ਬੜਾ ਧਨ ਖਰਚਿਆ। ਅੱਜ ਹੋਇਆ ਕਿ ਰਾਹੀ ਪਾਂਦੀ ਰਾਹੀ ਰਾਤ ਕੱਟਣ ਵਾਸਤੇ ਜਦੋਂ ਆਇਆ, ਉਹਦੇ ਕੋਲ ਸਰੀਰ 'ਤੇ ਪਾਏ ਹੋਏ ਗਹਿਣੇ ਸੋਨੇ ਦੇ ਦੇਖ ਕੇ ਸੱਜਣ ਠੱਗ ਦਾ ਜਿਹੜਾ ਮਨ ਸੀ ਮੋਹਿਤ ਹੋ ਗਿਆ। ਰਾਤ ਨੂੰ ਉਸ ਨੂੰ ਖਤਮ ਕਰਕੇ ਸਾਰੇ ਦੇ ਸਾਰੇ ਸੋਨੇ ਦੇ ਗਹਿਣੇ ਲੁੱਟ ਲਏ ਨੇ। ਮੰਦਰ ਵੀ ਬਣਾਈ ਹੈ, ਮਸੀਤ ਵੀ ਬਣਵਾਈ ਹੈ, ਉਚਾਈ 'ਤੇ ਬੜਾ ਚੜ੍ਹ ਗਿਆ, ਉੱਚਾ ਬੜਾ ਚੜ੍ਹ ਗਿਆ। ਪਰ ਮਾਨਸਿਕ ਤਲ 'ਤੇ ਬਿਲਕੁਲ ਡਿੱਗ ਪਿਆ। ਜਿੰਨਾ ਮਨੁੱਖ ਉਚਾਈ 'ਤੇ ਜਾਂਦਾ ਹੈ, ਜਦੋਂ ਡਿੱਗੇਗਾ ਉਦੋਂ ਹੀ ਉਹਦਾ ਸਰੀਰ ਹੈ ਜਿਹੜਾ ਦਫਾੜ ਹੋਵੇਗਾ, ਜਿੰਨੀ ਉਚਾਈ ਤੋਂ ਡਿੱਗੇ ਹੈ। ਕੋਈ ਥੋੜ੍ਹੀ ਉਚਾਈ ਤੋਂ ਡਿੱਗਿਆ, ਕੋਈ ਲੱਤ ਬਾਂਹ ਟੁੱਟ ਕੇ ਮਨੁੱਖ ਦਾ ਸਰ ਜਾਂਦਾ ਹੈ, ਪਰ ਜੇ ਕੋਈ ਮਨੁੱਖ 200 ਫੁੱਟ ਦੀ ਉਚਾਈ ਤੋਂ ਡਿੱਗ ਪਵੇ, ਉਹਦਾ ਤਾਂ ਫਿਰ ਸਾਰੇ ਦਾ ਸਾਰਾ ਸਰੀਰ ਹੀ ਖਤਮ ਹੋ ਜਾਂਦਾ। ਜਿੰਨਾ ਮਨੁੱਖ ਉੱਚਾ ਜਾਂਦਾ ਹੈ, ਤੇ ਜੇ ਉਚਾਈ ਤੋਂ ਡਿੱਗ ਪਵੇ, ਡਿੱਗਦੇ ਦੇ ਸੱਟ ਵੀ ਫਿਰ ਗਹਿਰੀ ਵੱਜਦੀ ਹੈ। ਬੜਾ ਬੁਲੰਦੀਆਂ ਨੂੰ ਛੂਹ ਗਿਆ ਸੀ ਸੱਜਣ, ਪਰ ਜਦੋਂ ਡਿੱਗਿਆ ਤੇ ਫਿਰ ਬਿਲਕੁਲ ਚਕਨਾਚੂਰ ਹੋ ਗਿਆ। ਦੁਨੀਆ ਤਾਂ ਹਜੇ ਤੱਕ ਸੁੱਖ ਤੇ ਦੁੱਖ ਦੇ ਵਿੱਚ ਉਲਝੀ ਹੋਈ ਹੈ। ਸੁੱਖ ਕਿਸੇ ਦੇ ਘਰੇ ਜਾ ਕੇ ਵਧਾਏ ਵੀ ਜਾ ਸਕਦੇ ਨੇ, ਤੇ ਦੁੱਖ ਕਿਸੇ ਦੇ ਘਰੇ ਜਾ ਕੇ ਵੰਡਾਇਆ ਵੀ ਜਾ ਸਕਦਾ ਹੈ। ਇੱਕ ਪਰਿਵਾਰ ਨੂੰ ਕੋਈ ਦੁੱਖ ਹੋਵੇ, ਵੰਡਾਇਆ ਜਾ ਸਕਦਾ ਹੈ। ਉਹ ਗੱਲ ਵੱਖਰੀ ਹੈ ਕਿ ਦੁਨੀਆ ਨੇ ਹੁਣ ਆਪਣੇ ਵੱਖੋ ਵੱਖਰੇ ਢੰਗ ਅਪਣਾਏ ਨੇ, ਪਰ ਜਿਹੜੀ ਆਮ ਮਨੁੱਖ ਸਮਾਜ ਦੇ ਵਿੱਚ ਡਿੱਗ ਪਵੇ, ਚੋਟ ਲੱਗੀ ਹੈ, ਰਾਹੀ ਪਾਂਧੀ ਤੁਰਿਆ ਜਾਂਦਾ ਡਿੱਗਿਆ, ਉਹਨੂੰ ਚੋਟ ਲੱਗੀ ਹੈ, ਉਹਨੂੰ ਚੱਕਣ ਵਾਲੇ ਬਹੁਤ ਖੜੇ ਨੇ। ਕੋਈ ਇੱਕ ਅੱਧਾ ਜਿਨ੍ਹਾਂ ਦੀ ਨਿਗਾਹ ਪੈਂਦਾ ਜਾਂਦਾ ਹੈ, ਸਾਰੇ ਉਹਦੀ ਮਦਦ ਵਾਸਤੇ ਤਿਆਰ ਹੋ ਜਾਂਦੇ ਨੇ। ਸਮਾਜਿਕ ਨਿਯਮ ਨੇ। ਕਈ ਤੇ ਮਨੁੱਖ ਸਮਾਜ ਵਿੱਚ ਇਹੋ ਜਿਹੇ ਵੀ ਹੈਗੇ ਨੇ ਚੰਗਿਆਈਆਂ ਕਰਨ ਵਾਲੇ, ਜਿਹੜੇ ਮਨੁੱਖ ਕਿਸੇ ਦੀ ਜਾਨ ਬਚਾਉਣ ਵਾਸਤੇ ਆਪਦੀ ਜਾਨ ਤਲੀ 'ਤੇ ਧਰ ਦਿੰਦੇ ਨੇ। ਬਹੁਤੇ ਮਨੁੱਖ ਹੈਗੇ ਨੇ ਸੀ। ਰਾਹੀ ਪਾਂਧੀ ਰਸਤੇ ਦੇ ਵਿੱਚ ਕੋਈ ਡਿੱਗਿਆ ਮਿਲਿਆ, ਚੁੱਕ ਲੈਂਦੇ ਨੇ, ਹੌਸਪੀਟਲ ਲਿਜਾਣਾ, ਇਲਾਜ ਕਰਵਾਉਣਾ, ਸਹੀ ਸਲਾਮਤ ਉਹਨੂੰ ਉਹਦੇ ਘਰ ਫੜਾ ਦੇਣਾ। ਇਹ ਬੜੀ ਵੱਡੀ ਗੱਲ ਹੈ। ਤੋ ਬੜੀ ਅਜੀਬ ਜੀ ਗੱਲ ਹੈ ਕਿ ਜਦੋਂ ਕੋਈ ਮਨੁੱਖ ਤੁਰਿਆ ਜਾਂਦਾ ਧਰਤੀ 'ਤੇ ਡਿੱਗਦਾ ਹੈ, ਉਹਨੂੰ ਚੱਕਣ ਵਾਲੇ ਬੜੇ ਨੇ। ਇਹਨੂੰ ਕਹਿੰਦੇ ਨੇ ਕਿ ਇਹ ਇੱਕ ਚੰਗਿਆਈ ਹੈ, ਬਹੁਤ ਵੱਡੀ ਚੰਗਿਆਈ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ, ਇਹ ਜਿਹੜੀ ਤੇਰੀ ਚੰਗਿਆਈ ਹੈ ਨਾ, ਕੋਈ ਮਨੁੱਖ ਕਿਸੇ ਕੋਲ ਧਨ ਨਹੀਂ ਹੈ, ਉਹਨੂੰ ਧਨ ਦੇਤਾ, ਇਹ ਵੀ ਚੰਗਿਆਈ ਹੈ।
ਕਿਸੇ ਕੋਲ ਕੱਪੜੇ ਨਹੀਂ ਹੈ, ਭੋਜਨ ਨਹੀਂ ਹੈ, ਉਹਨੂੰ ਕੱਪੜੇ ਦੇ ਦਿੱਤੇ, ਭੋਜਨ ਦੇ ਦਿੱਤੇ, ਚੰਗਿਆਈ ਹੈ। ਪਰ ਇਹ ਅਧੂਰੀ ਚੰਗਿਆਈ ਵੱਜਦੀ ਹੈ, ਅਧੂਰੀ। ਕਿਸੇ ਮਨੁੱਖ ਦੇ ਸਰੀਰ ਨੂੰ ਚੋਟ ਲੱਗੀ ਹੈ ਤੇ ਉਹਨੂੰ ਚੱਕਣ ਵਾਲੇ ਬੜੇ ਬੈਠੇ ਨੇ, ਪਰ ਜਿਹੜਾ ਮਨੁੱਖ ਮਾਨਸਿਕ ਤਲ ਤੇ ਜਾ ਕੇ ਗਲਤੀ ਕਰਦਾ ਹੈ ਉਹਨੂੰ ਖਤਮ ਕਰਨ ਵਾਲੇ ਸਮਾਜ ਵਿੱਚ ਬੜੇ ਬੈਠੇ ਨੇ। ਉਹਨੂੰ ਖਤਮ ਕਰਨ ਵਾਲੇ ਬੜੇ ਬੈਠੇ ਨੇ। ਕਿਸੇ ਦਾ ਅਵਗਣ ਦੇਖਿਆ, ਕਿਸੇ ਤੋਂ ਅਵਗਣ ਹੋ ਗਿਆ, ਮਾਨਸਿਕ ਰੋਗੀ ਹੈ, ਅਵਗਣ ਹੋਇਆ, ਮਾਨਸਿਕਤਾ ਦਾ ਰੋਗ ਲੱਗਿਆ ਤੇ ਅਵਗਣ ਹੋ ਗਿਆ, ਉਹਨੂੰ ਦੁਨੀਆ ਫਿਰ ਬਖਸ਼ਦੀ ਨਹੀਂ ਹੈ, ਉਹਨੂੰ ਕਦੇ ਬਖਸ਼ਦਾ ਨਹੀਂ ਹੈ ਕੋਈ। ਆਮ ਮਨੁੱਖ ਡਿੱਗਿਆ, ਚੋਟ ਲੱਗੀ ਹੈ, ਉਹਦੀ ਜ਼ਿੰਦਗੀ ਬਚਾਉਂਦੇ ਨੇ। ਮਾਨਸਿਕ ਤਲ ਤੇ ਜਿਹੜਾ ਮਨੁੱਖ ਰੋਗੀ ਹੈ, ਜੇ ਕੋਈ ਉਹ ਅਵਗਣ ਕਰੇ ਤੇ ਉਹ ਇੱਕ ਅਵਗਣ ਕਰੇ, ਦੁਨੀਆ ਅਕਸਰ ਉਹਨੂੰ ਖਤਮ ਕਰਨ ਤੇ ਤੁਲ ਜਾਂਦੀ ਹੈ, ਤੁਲਦੀ ਹੈ। ਇੱਕ ਅਵਗਣ ਕੀਤਾ ਦੁਨੀਆ ਖਤਮ ਕਰਦੀ ਹੈ। ਗੁਰੂ ਨਾਨਕ ਦਾ ਅਤੇ ਦੁਨੀਆਦਾਰੀ ਦਾ ਇੰਨਾ ਹੀ ਫਰਕ ਹੈ। ਇਹ ਧਰਤੀ ਤੇ ਡਿੱਗੇ ਹੋਏ ਮਨੁੱਖ ਨੂੰ ਦੁਨੀਆ ਚੁੱਕ ਕੇ ਖੜਾ ਕਰਦੀ ਹੈ, ਇੱਕ ਪਰਉਪਕਾਰ ਹੈ, ਅਧੂਰਾ ਹੈ। ਗੁਰੂ ਨਾਨਕ ਮਹਾਰਾਜ ਜਿਹੜਾ ਕੋਈ ਮਾਨਸਿਕ ਤਲ ਤੇ ਡਿੱਗਿਆ ਹੋਇਆ ਹੈ, ਉਹਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚੁੱਕ ਕੇ ਖੜਾ ਕਰਦੇ ਨੇ। ਉਹਨੂੰ ਜਿਹਨੇ ਜਿੰਨੇ ਅਵਗਣ ਕੀਤੇ ਨੇ ਤੇ ਉਹਦੇ ਅਨੇਕਾਂ ਕਰੋੜਾਂ ਅਵਗਣਾਂ ਨੂੰ ਬਖਸ਼ ਦੇਣਾ, ਉਹਨੂੰ ਮਾਰਗ ਪਾਉਣਾ, ਅਸਲੀ ਮਾਰਗ ਤੇ ਉਹਨੂੰ ਲੈ ਕੇ ਆਉਣਾ। ਤੇ ਜਿੰਨਾ ਮਨੁੱਖ ਜ਼ਿਆਦਾ ਬੁਲੰਦੀਆਂ ਨੂੰ ਛੂੰਹਦਾ ਮਾਨਸਿਕ ਤਲ ਤੇ, ਓਨਾ ਹੀ ਮਨੁੱਖ ਜਦੋਂ ਕੋਈ ਡਿੱਗ ਪਵੇ ਫਿਰ ਬਿਲਕੁਲ ਚਕਨਾਚੂਰ ਹੋ ਜਾਂਦਾ ਹੈ। ਆਮ ਦੇਖੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਦਾਰਥਾਂ ਦੀ, ਧਨ ਦੀ, ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਹੈ, ਬੜੇ ਸੋਮ ਹੁੰਦੇ ਨੇ, ਬੜੇ ਸੋਮ ਹੁੰਦੇ ਨੇ। ਗੁਰਬਾਣੀ ਨੇ ਵੀ ਕਿਹਾ, ਸੋਮਹਿ ਧਨ ਰਾਖਣ ਕਉ ਦੀਆ, ਮੁਗਧ ਕਹਿ ਧਨ ਮੇਰਾ, ਜਮ ਕਾ ਡੰਡ ਮੋਂਡ ਮਹਿ ਲਾਗੈ, ਖਿਨ ਮਹਿ ਕਰੈ ਨਵੇਰਾ। ਇਹ ਜਿਹੜੇ ਸੋਮ ਪੁਰਖ ਹੁੰਦੇ ਨੇ ਨਾ, ਉਹਨਾਂ ਨੂੰ ਸਿਰਫ ਧਨ ਰੱਖਣ ਵਾਸਤੇ ਦਿੱਤਾ ਹੁੰਦਾ ਵੀ ਇਹਨੂੰ ਰੱਖ ਕੇ ਤੇ ਇਹਦੀ ਪੂਜਾ ਕਰਦੇ ਰਹੋ, ਪੂਜਾ ਕਰਦੇ ਰਹੋ, ਉਹ ਤੋਂ ਕੋਈ ਲਾਹਾ ਨਹੀਂ ਲੈ ਸਕਦੇ। ਤੇ ਸਾਰੀ ਜ਼ਿੰਦਗੀ ਇਹ ਗੱਲ ਕਹਿੰਦੇ ਰਹਿੰਦੇ ਨੇ, ਧਨ ਮੇਰਾ, ਧਨ ਮੇਰਾ, ਧਨ ਮੇਰਾ। ਕਦੋਂ ਜਾਗਦੇ ਨੇ? ਸਤਿਗੁਰੂ ਮਹਾਰਾਜ ਜੀ ਕਹਿੰਦੇ ਜਦੋਂ ਜਮ ਆ ਕੇ ਸਿਰ ਦੇ ਵਿੱਚ ਡੰਡਾ ਮਾਰਦੇ ਨੇ ਨਾ, ਜਦੋਂ ਧਨ ਕੰਮ ਨਹੀਂ ਆਉਂਦਾ, ਉਦੋਂ ਜਾਗਦੇ ਨੇ। ਉਦੋਂ ਕਹਿੰਦੇ ਨੇ ਪਰਮਾਤਮਾ ਸਿਰਫ ਤੂੰ ਹੀ ਹੈ, ਉਸ ਤੋਂ ਪਹਿਲਾਂ ਨਹੀਂ। ਉਸ ਤੋਂ ਪਹਿਲਾਂ ਤਾਂ ਕਹਿੰਦੇ ਨੇ ਧਨ ਦੇ ਨਾਲ ਹੀ ਸਭ ਕੁਝ ਹੁੰਦਾ ਹੈ, ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਦੋਂ ਜਮ ਡੰਡਾ ਮਾਰਦੇ ਨੇ ਫਿਰ ਕਹਿੰਦੇ ਨੇ ਪਰਮਾਤਮਾ ਸਾਰਾ ਕੁਝ ਤੇਰੇ ਕਰਕੇ ਹੁੰਦਾ। ਸੋਮ ਬੰਦਿਆਂ ਨੂੰ ਧਨ ਸਿਰਫ ਰੱਖਣ ਵਾਸਤੇ ਦਿੱਤਾ ਹੈ। ਤੇ ਜਿੰਨਾ ਮਨੁੱਖ ਜਿਵੇਂ ਜਿਵੇਂ ਧਨ ਜੋੜੀ ਜਾਵੇਗਾ, ਜਿਵੇਂ ਜਿਵੇਂ ਧਨ ਜੋੜੀ ਜਾਵੇਗਾ, ਉਵੇਂ ਉਵੇਂ ਉਚਾਈ ਨੂੰ ਛੂੰਹਦਾ ਜਾਵੇਗਾ। ਦੁਨੀਆ ਦੇ ਤੌਰ ਤੇ ਮਾਨਸਿਕ ਲੈਵਲ ਤੇ ਮਨੁੱਖ ਚਕਨਾਚੂਰ ਹੁੰਦਾ ਤੁਰਿਆ ਜਾਂਦਾ ਹੈ, ਚਕਨਾਚੂਰ ਹੁੰਦਾ ਤੁਰਿਆ ਜਾਂਦਾ ਹੈ, ਡਿੱਗ ਪੈਂਦਾ ਮਾਨਸਿਕ ਤਲ ਤੇ। ਜਦੋਂ ਮਾਨਸਿਕ ਤਲ ਤੇ ਮਨੁੱਖ ਡਿੱਗਦਾ ਹੈ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਸ ਦੀ ਬਾਂਹ ਪਕੜਦੇ ਨੇ। ਮਾਨਸਿਕ ਤਲ ਤੇ ਡਿੱਗਣਾ ਭਾਵ ਕਿਸੇ ਵੀ ਬੰਦੇ ਤੋਂ ਕੋਈ ਵੱਡਾ ਗੁਨਾਹ ਹੋ ਜਾਣਾ, ਅਵਗਣ ਹੋ ਜਾਣਾ। ਫਿਰ ਜੇ ਕੋਈ ਆਮ ਮਨੁੱਖ ਡਿੱਗ ਪਏ ਧਰਤੀ ਤੇ ਉਹਨੂੰ ਚੱਕਣ ਵਾਲੇ ਬੜੇ ਖੜੇ ਨੇ, ਪਰ ਜੇ ਕੋਈ ਅਵਗਣ ਕਰ ਦੇ ਤੇ ਦੁਨੀਆ ਨੂੰ ਪਤਾ ਲੱਗ ਜੇ, ਉਹਨੂੰ ਫਿਰ ਕੋਈ ਚੱਕਣ ਵਾਲਾ ਨਹੀਂ ਹੁੰਦਾ।
ਇੱਥੇ ਦੁਨੀਆ ਦੇ ਵਿੱਚ ਤੇ ਬਾਬੇ ਨਾਨਕ ਦੇ ਘਰ ਦੇ ਵਿੱਚ ਇਹੀ ਫਰਕ ਹੈ। ਬਸ ਬਾਬਾ ਨਾਨਕ ਜਿਹੜਾ ਕੋਈ ਮਾਨਸਿਕ ਤਲ ਤੇ ਡਿੱਗ ਪੈਂਦਾ ਹੈ, ਉਹਦੀ ਬਾਂਹ ਪਕੜ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਸ ਨੂੰ ਉਚਾਈਆਂ ਵੱਲ ਲੈ ਕੇ ਜਾਂਦੇ ਨੇ। ਧਨ ਬੜਾ ਸੀ ਸੱਜਣ ਦੇ ਕੋਲੇ, ਮੰਦਰ ਬਣਵਾਈ ਮਸੀਤ ਬਣਵਾਈ ਬੜਾ ਕੁਛ, ਪਰ ਅੱਜ ਮਾਨਸਿਕ ਤਲ ਤੇ ਡਿੱਗ ਪਿਆ, ਇੱਕ ਸੋਨਾ ਦੇਖ ਕੇ ਮੌਤ ਹੋ ਗਿਆ। ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਪਦੇਸ਼ ਦਿੰਦੇ ਹਨ ਕਿ ਐ ਸੱਜਣ, ਜਿਹੜਾ ਤੇਰਾ ਇੰਨਾ ਪਿਆਰਾ ਨਾਮ ਹੈ ਨਾ ਸੱਜਣ, ਤੇ ਹੁਣ ਤੋਂ ਸਮਾਜ ਦੇ ਵਿੱਚ ਸੱਜਣ ਹੀ ਬਣ ਕੇ ਰਹਿ। ਦੁਨੀਆਦਾਰੀ ਦੇ ਵਿੱਚ ਤੇ ਬੜਾ ਧਾਰਮਿਕ ਬੰਦਾ ਸੀ, ਆਪੇ ਮੰਦਰ ਬਣਵਾਇਆ, ਆਪੇ ਮਸੀਤ ਤਿਆਰ ਕਰਵਾਈ। ਉਹਨਾਂ ਸਮਿਆਂ ਦੇ ਵਿੱਚ ਜੇ ਕੋਈ ਸਮੇਂ ਦੇ ਮੁਤਾਬਕ ਕੋਈ ਮਨੁੱਖ ਇੱਕ ਜਾਣਾ ਕਵੇ ਕਿ ਕੇਵਲ ਤੇ ਕੇਵਲ ਮੈਂ ਹੀ ਇੱਕ ਧਾਰਮਿਕ ਸਥਾਨ ਤਿਆਰ ਕਰ ਦਿੰਦਾ, ਮੰਦਰ ਕਰ ਦਿੰਦਾ, ਮਸੀਤ ਕਰਵਾ ਲਓ, ਗੁਰਦੁਆਰਾ ਕਰਵਾ ਲਓ, ਮੈਂ ਸਾਰੇ ਦਾ ਸਾਰਾ ਧਨ ਆਪਣੇ ਕੋਲੋਂ ਖਰਚ ਦਿੰਦਾ, ਤੇ ਦੁਨੀਆ ਤੇ ਬੜੀ ਵਾਹ ਵਾਹ ਕਰੇਗੀ ਉਸ ਦੀ। ਦੁਨੀਆ ਉਸ ਦੀ ਬੜੀ ਵਾਹ ਵਾਹ ਕਰੇਗੀ, ਪਰ ਉਹਨੂੰ ਮਾਨਸਿਕ ਤਲ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇਖ ਲੈਂਦੇ ਨੇ ਕਿ ਮਾਨਸਿਕ ਤਲ ਤੇ ਇਹ ਕਿੰਨਾ ਕੁ ਕਮਜ਼ੋਰ ਹੋ ਚੁੱਕਿਆ ਹੈ। ਬੁਲੰਦੀਆਂ ਨੂੰ ਛੂਹਿਆ ਤੇ ਬੜੇ ਸਿਖਰ ਤੋਂ ਡਿੱਗਿਆ, ਬਿਲਕੁਲ ਚਕਨਾਚੂਰ ਹੋ ਗਿਆ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਸੁੱਖ ਅਤੇ ਦੁੱਖ ਇਹਨਾਂ ਕਾਰਨਾਂ ਕਰਕੇ ਬਹੁਤੇ ਸੁੱਖਾਂ ਨੇ ਮਨੁੱਖ ਨੂੰ ਪਰਮਾਤਮਾ ਕੋਲੋਂ ਰੋਕ ਦਿੱਤਾ ਹੈ, ਬਹੁਤੇ ਦੁੱਖਾਂ ਨੇ ਰੋਕ ਦਿੱਤਾ ਹੈ। ਬਹੁਤੇ ਮਨੁੱਖ ਮਾਨਸਿਕਤਾ ਦਾ ਰੋਗ ਦੇ ਵਿੱਚ ਗ੍ਰਸੇ ਗਏ ਨੇ, ਜਿਸ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਇਹ ਉਪਦੇਸ਼ ਹੈ ਕਿ ਜੇ ਤੁਹਾਨੂੰ ਲੱਗੇ ਕਿ ਅਸੀਂ ਜ਼ਿੰਦਗੀ ਬਿਲਕੁਲ ਸਫਲੀ ਕਰਨੀ ਹੈ, ਤੇ ਗੁਰੂ ਨਾਨਕ ਮਹਾਰਾਜ ਦਾ ਤੇ ਉਪਦੇਸ਼ ਹੈ ਕਿ ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਫਿਰ ਤੁਸੀਂ ਗੁਰਬਾਣੀ ਨੂੰ ਗਾਓ। ਇਹ ਅਧੂਰੀ ਦਇਆ ਦੇ ਨਾਲ ਤੈਥੋਂ ਪੂਰਾ ਨਹੀਂ ਹੋਇਆ ਜਾਣਾ। ਅਧੂਰੀ ਦਇਆ ਇਸ ਨੂੰ ਬੋਲਦੇ ਨੇ। ਚੋਟ ਖਾ ਕੇ ਕੋਈ ਡਿੱਗਿਆ, ਉਹਨੂੰ ਚੁੱਕ ਲੈਣਾ। ਮਾਨਸਿਕ ਤਲ ਤੇ ਕਿਸੇ ਬੰਦੇ ਤੋਂ ਕੋਈ ਗੁਨਾਹ ਹੋ ਗਿਆ, ਉਹਨੂੰ ਖਤਮ ਕਰਨ ਤੇ ਤੁਲ ਜਾਣਾ। ਅਧੂਰੀ ਦਇਆ, ਤੇ ਅਧੂਰੀ ਦਇਆ ਦੇ ਨਾਲ ਮਨੁੱਖ ਕਦੇ ਪੂਰਾ ਨਹੀਂ ਹੁੰਦਾ। ਅਧੂਰੀ ਦਇਆ ਦੇ ਨਾਲ ਕਦੇ ਵੀ ਮਨੁੱਖ ਪੂਰਾ ਨਹੀਂ ਹੁੰਦਾ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਇਸ ਦਇਆ ਨੂੰ ਤੇਰੇ ਨੂੰ ਪੂਰੀ ਕਰ। ਤੇ ਦਇਆ ਇੱਕ ਇਤਨੀ ਵੱਡੀ ਸਤਿਗੁਰੂ ਮਹਾਰਾਜੀਆਂ ਦੀ ਰਚੀ ਹੋਈ ਖੇਡ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਜੀਵਾਂ ਤੇ ਦਇਆ ਆ ਗਈ, ਉਹੀ ਪਰਮਾਤਮਾ ਦਾ ਰੂਪ ਬਣਦੇ ਨੇ। ਦਇਆ ਕਿਹਨਾਂ ਤੇ ਆ ਗਈ? ਜਿਹੜੇ ਕੋਈ ਗੁਨਾਹ ਕਰਦੇ ਨੇ ਉਹਨਾਂ ਤੇ ਦਇਆ। ਜਿਹਨੇ ਜ਼ਿੰਦਗੀ ਦੇ ਵਿੱਚ ਗੁਨਾਹ ਕੀਤੇ ਨੇ ਨਾ, ਉਹਨਾਂ ਦੇ ਉੱਪਰ ਦਇਆ ਆ ਜਾਣੀ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। 68 ਤੀਰਥ ਮੰਨੇ ਗਏ ਨੇ ਇਸ ਧਰਤੀ ਤੇ। 60 ਤੇ 8 68। ਇੱਕ ਮਨੁੱਖ 68 ਤੀਰਥਾਂ ਤੇ ਇਸ਼ਨਾਨ ਕਰ ਰਿਹਾ ਹੈ ਕਿ ਮੈਂ ਬਹੁਤ ਵੱਡਾ ਪੁੰਨ ਦਾ ਕੰਮ ਕਰ ਰਿਹਾ। ਕਿ ਮੈਂ ਬਹੁਤ ਵੱਡਾ ਪੁੰਨ ਦਾ ਕੰਮ ਕਰ ਰਿਹਾ। ਇਹ ਫੈਸਲਾ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦਾ ਹੈ।
68 ਤੀਰਥ ਸਗਲ ਪੁੰਨ, मैं बहुत बड़ा पुण्य करदा है। अक्सर असी जदों तीर्थ यात्रा ते जाने आ ते उत्थे कोई ना कोई पुण्य दान गुरु साहिब जी महाराज दा किरपा दे नाल असी करदे हां। चेते रखना, जिथे भी असी तीर्थ यात्रा ते जाने जिथे भी, भाई गुरदास ने बचन कीते ने, चरण शरण गुर एक पैंडा जाहे चल, सतगुरु कोट पैंडा आगे होए लेता है। जेड़ा मनुख तीर्थ यात्रा ते जा रहा है, जिथे भी जा रहा है, जदों ओदी सुरत चल पई कि मैं फलाने तीर्थ ते पहुंचना है, जेड़े पातशाह दे कोल पहुंच रहे हैं, भाई गुरदास जी कहंदे तू एक कदम पुट रहे हैं, वो करोड़ां कदम पुट के तेरे वल आ रहे हैं। साक्षात गुरु गोबिंद सिंह जी महाराज जी ने ऐलानिया बचन किए ने, सिखा तो एक बारी आते सही, किसे ना किसे रूप दे विच आके तैनू मैं गलवकड़ी दे विच लवां। 68 तीर्थ सगल पुन, 68 तीर्थां दी यात्रा। जी दया परवान, गुरु साहिब जी महाराज कहते एक पासे 68 तीर्थां की यात्रा है, एक पासे एक जीव ते कीती हुई दया 68 तीर्थां दे इशनान दे बराबर है। फैसला तो गुरबाणी दा है, पर वो दया अधूरी ना होवे। बहुती जिंदगियां ने जिहड़ा किसे डिगे हुए मनुख नूं चुक के वो सारी दी सारी जिंदगी अक्सर ही कहते रहते हैं असीं ते बहुत परोपकार किया, बड़ा परोपकार किया। ठीक है, चंगी गल है, कोई माड़ी गल नहीं इहदे विच, पर वो जिहड़ी दया है अधूरी दया है। पूरी दया उसनों मन्निया गया है जिहड़ी मानसिक तल ते भी मनुख नूं जिहड़ी चुक के बराबर लेके आवे। पूरी दया, पूरी दया उसनों मन्निया गया जिहड़ी मानसिक तल ते डिगे हुए मनुख नूं चुक के लेके आवे। ते मानसिक तल ते डिगे हुए मनुख नूं चुकना उसनों अकाल पुरख महाराजियां दे घर दियां बातां सुनाउणियां ते उहनूं परमात्मा दे घर दे नाल जोड़ देना। मानसिक तल ते जिहड़ा मनुख है, वो मानसिक तल ते जिहड़ा डिग्या होया है, अक्सर उन्होंने चुक्या जाता है, जिन्हों पूरी दया बोलते हैं। मानसिक तल ते किसी ने बहुत बड़ा अवगुण किया है, सारी दुनिया नूं पता है, पर कोई एक मनुख कहे कि नहीं ये चंगे रस्ते ते भी चल सकता है, उस ते दया करके उन्होंने मानसिक तल तो चुके, उन्होंने मानसिक तल तो। गुरु नानक देव साहिब जी महाराज जी ने सज्जन ठग नूं मानसिक तल तो जाके चुकिया सी। कहते जी सज्जन ते तुहानूं खत्म कर देवेगा, गुरु नानक महाराज कहते उत्थे ही जाना, उत्थे ही जाना। कारण की सी कि गुरु नानक देव साहिब जी महाराज ने उन्हां ते महान किरपा करनी सी। तो एडा वड्डा धार्मिक मनुख की कर्म किहो जे करदा पिया, कर्म किहो जे करदा है, ते ओ कर्मां तो गुरु नानक महाराज ने रोकना सी जिहड़े मानसिक तल ते हो रहे हैं। बाकी दे जिहड़े सुख दुख ने तां सारी दुनिया नूं दिसदे ने। कोई मनुख दे शरीर नूं रोग लग्या, परिवारक तौर ते दुखी है, कोई किन्ना क सुखी है किन्ना क दुखी है, तो सारी दुनिया नूं पता है। मानसिक तल ते कोई किन्ना क रोगी है, ये केवल ते केवल परमात्मा पहचानते हैं, केवल परमात्मा। ते परमात्मा ऐसी दया करते ने, ऐसी रहमत बख्शिश करते ने कि मनुख दे मानसिकता दे रोग तो मुक्ति निजात दवा देंदे ने महाराज जी। पर उस वास्ते ते मनुख नूं फिर जिन्ने भी अवगुण ने वो कबूल करने पैंदे ने। ते कबूल जदों मनुख कर लैंदा है,
फिर गुरु साहिब जी महाराज नूं समर्थ बख्शिश करते हैं। इनू मानसिकता का अरोग कहते हैं। किसी तो बहुत बड़ा अवगुण हो गया उन्होंने बख्श देना ते उन्होंने सीधा रस्ता दिखाना। गुरु नानक महाराज का ये उपदेश है कि कोई भी मनुख डिग्या होवे उन्होंने चुक लेना। इत्थों दया शुरू होंदी है, इत्थों दया शुरू होंदी है। पहला किसी दे डिगे हुए शरीर नूं चुकना सिख ते उस तो बाद जिहड़ा है तो मानसिक तल ते भी किसी नूं चुकना शुरू कर देवेगा। किसी दे डिगे हुए शरीर नूं चुकना अधूरी दया है, पर यह पूरी उस दिन ही होंदी है जदों अधूरी दया पैदा होगी तो पूरी दया भी अपने आप ही तेरे अंदर आ जानी है। फिर गुरु नानक की बाणी मनुख नूं सुचेत करती है। जिन्ने मनुखों के अवगुण ने कदे किसी के अवगुण देख के चितारी ना, कदे ना देखी। सारी दुनिया नूं पता भी बड़े अवगुण ने, ना चितारी। क्यों? क्योंकि तो गुरबाणी दे आखे लग, मिठ बोलड़ा जी हर सज्जन स्वामी मोरा, हाँ सम्मल थकी जी ओ कदे ना बोले कौड़ा, कौड़ा बोलना जाने पूर्ण भगवान अवगण को ना चितारे। क्योंकि जिस परमात्मा की मानता तू करदा है ना, ये उही परमात्मा है जिहड़ा किसी के अवगण नहीं देखता, उक्का ही नहीं देखता। फैसला तो गुरबाणी है। ते मनुख की जिन्नी दिमागी शक्ति होंदी है, वो सारी दी सारी दिमागी शक्ति ला ला के उन्होंने खर्च कर करके अपना समा बर्बाद कर करके किसी के अवगुणा वाली रूढ़ी नूं फरोल फरोल के उहदे विचों हवाड़ लैंदा कि किहदे विच किन्ने अवगुण ने, किन्ने किस दे विच अवगुण पाए हुए ने, उहदे अवगुण देखदा है। गुरबाणी कहती है जे तू परमात्मा नूं मनदा है, तैनों सुन भी लवें तो अखां नाल देख भी लवें, फिर भी किसी के अवगुण ना चितारी। जदों गुरबाणी नहीं किसी के अवगुण चितारदी, तू क्यों चितारदा? गुरबाणी किसी के अवगुण नहीं वेखदी ते गुरबाणी नूं मनन वालिया तू किसी के अवगुण क्यों देखदा? ते जे किसी के अवगुण देखते ही गया, देखते ही रहा, सच जानी एक उस तो वध 4 गुणा तेरी जिंदगी दे विच अवगुणा दी भरपूर हो जानी है। तेरी जिंदगी दे विच इन्ने अवगुण भर जाने ने कि अवगुण ही अवगुण नज़र आने, तेरी अपनी जिंदगी बर्बाद हो जानी है। जिंदगी नज़र नहीं आनी, तैनूं कोई रस नहीं आना अपनी जिंदगी का। अवगुण को ना चितारे। परमात्मा कहते परमात्मा किसी के अवगुण नहीं चितारदा तो तू भी ना चितारी। अगर वाई जे तू परमात्मा जैसा बनना चाहुंदा है तो गुरु साहिब जी महाराज कहते किसी के अवगुण ना चितारी। जदों किसी के तू अवगुण ना चितारे, अधूरी दया भाव जदों तू डिगे हुए मनुख नूं चुकना सीख गया ते तेरे अंदर जिहड़ी दया परमात्मा ने बख्शी है वो भी मानसिक तल ते भी तू किसी मनुख नूं चुकना शुरू कर देवेगा, मानसिक तल ते भी। ते गुरु नानक दी पवित्र गुरबाणी का ये उपदेश है। गुरु नानक महाराज जी कहते हैं कि जिहड़ा ये जिंदगी मनुख जिउ रहा है, कदे किसी के अवगुण देख के अणडिठिया कर देवी, कदे ना देखी किसी दे। जे देख भी ले अणडिठिया कर देवी। मानसिक तल ते मनुखता नूं चुकना सिख, जिन्हों पूरी दया बोलते हैं गुरु नानक महाराज जी। 68 तीर्थ सगल पन जी दया परवान। ते गुरु नानक देव साहिब जी महाराज ने इसी दया दिखाई। सज्जन नूं कहन लगे तो नाम तेरा बड़ा प्यारा है, पर तू कर्म सज्जना वाले कर। क्योंकि डिग्या बहुत उचाई तो सी, बिल्कुल चकनाचूर हो गया सी,
ਤੇ ਗੁਰੂ ਨਾਨਕ ਮਹਾਰਾਜ ਨੇ ਮਾਨਸਿਕ ਤਲ ਤੋਂ ਚੁੱਕ ਕੇ ਸੰਤ ਬਣਾ ਦਿੱਤਾ ਹੈ। ਤੋ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਦਇਆ ਕਰ, ਅਧੂਰੀ ਦਇਆ ਨਾ ਕਰ, ਪੂਰੀ ਦਇਆ ਕਰ। ਤੇ ਪੂਰੀ ਦਇਆ ਅਧੂਰੀ ਦਇਆ ਤੋਂ ਹੀ ਸ਼ੁਰੂ ਹੋਣੀ ਹੈ, ਇਹ ਵੀ ਸੱਚ ਹੈ। ਤੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਹੈ ਕਿ ਕਈਆਂ ਨੂੰ ਸੁੱਖ ਰੋਕ ਲੈਂਦੇ ਨੇ, ਕਈਆਂ ਨੂੰ ਦੁੱਖ ਰੋਕ ਲੈਂਦੇ ਨੇ। ਇਹ ਰੋਕਦੇ ਨੇ ਦੋਨੇ ਹੀ ਪਰਮਾਤਮਾ ਦੇ ਘਰ ਦੇ ਵਿੱਚੋਂ। ਤਾਂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ ਕਿ ਮਾਨਸਿਕ ਤਲ 'ਤੇ ਜਿਹੜਾ ਮਨੁੱਖ ਰੋਗੀ ਹੋ ਗਿਆ ਜਾਂ ਡਿੱਗਿਆ ਹੋਇਆ ਹੈ, ਉਹਨੂੰ ਤੇ ਗੁਰੂ ਦੇ ਸ਼ਬਦ ਹੀ ਚੁੱਕਦੇ ਹਨ। ਇਸ ਵਾਸਤੇ ਗੁਰੂ ਦਾ ਸ਼ਬਦ ਮਨੁੱਖ ਨੂੰ ਸੁਣਨਾ ਪੈਂਦਾ ਹੈ ਅਤੇ ਗੁਰੂ ਦੇ ਸ਼ਬਦ ਨੂੰ ਮੰਨਣਾ ਪੈਂਦਾ ਹੈ। ਸਿਮਰਨ ਬੰਦਗੀ ਮਨੁੱਖ ਨੂੰ ਕਰਨੀ ਹੀ ਪੈਂਦੀ ਹੈ, ਜਿੱਥੇ ਜਾ ਕੇ ਮਨੁੱਖ ਦੀ ਅਧੂਰੀ ਜ਼ਿੰਦਗੀ ਹੈ ਜਿਹੜੀ ਉਹ ਪੂਰੀ ਜ਼ਿੰਦਗੀ ਹੋ ਜਾਂਦੀ ਹੈ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਇਹ ਪਾਵਨ ਪਵਿੱਤਰ ਉਪਦੇਸ਼ ਜਿਹੜਾ ਹੈ ਆਪਾਂ ਸਾਰੀ ਸੰਗਤ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਰਵਣ ਕੀਤਾ ਹੈ। ਅੱਜ ਦੇ ਇਸ ਪ੍ਰਵਚਨਾਂ ਦੇ ਵਿੱਚ ਗੁਰੂ ਨਾਨਕ ਮਹਾਰਾਜ ਨੇ ਉਪਦੇਸ਼ ਬਖਸ਼ਿਆ ਹੈ ਕਿ ਜਿੱਥੇ ਅਧੂਰੀ ਦਇਆ ਕਰਦਾ ਉੱਥੇ ਪੂਰੀ ਦਇਆ ਕਰ। ਮਾਨਸਿਕ ਤਲ 'ਤੇ ਵੀ ਕਿਸੇ ਨੂੰ ਚੁੱਕਣ ਦੇ ਯਤਨ ਕਰ। ਪੂਰੀ ਦਇਆ ਜਿਸ ਨੂੰ ਬੋਲਦੇ ਨੇ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਮਹਾਨ ਕਿਰਪਾ ਕੀਤੀ ਹੈ। ਆਪ ਦੀਆਂ ਸਾਰੀਆਂ ਸੰਗਤਾਂ ਅੰਮ੍ਰਿਤ ਵੇਲੇ ਨਿਤਨੇਮ ਕਰਮ ਅਨੁਸਾਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹਨ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।